ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਦਿਨ ਸਵੇਰੇ ਸਵੇਰੇ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉੱਠੇ ਤਾਂ ਕੁਝ ਕਾਹਲੇ ਜਾਪਦੇ ਸਨ। ਸਰਦੀ ਵੀ ਵੱਧ ਰਹੀ ਸੀ, ਭਾਵੇਂ ਅਜੇ ਪਹਾੜਾਂ 'ਤੇ ਬਰਫ਼ ਨਹੀਂ ਸੀ ਅਤੇ ਪਾਲਾ ਚਮਕਿਆ ਨਹੀਂ ਸੀ, ਪਰ ਅੱਗੇ ਤੋਂ ਪਾਲਾ ਵਧੀਕ ਸੀ। ਅੱਜ ਸਵੇਰੇ ਗੁਰੂ ਜੀ ਬਿਸਤਰੇ ਵਿੱਚੋਂ ਚਿਰ ਕੇ ਉੱਠੇ। ਦੀਵਾਨ ਵਿੱਚ ਵੀ ਚਿਰ ਕੇ ਅੱਪੜੇ ਸੀ। ਬਹੁਤ ਪਾਲੇ ਦੀ ਆਵਾਜ਼ ਦੇ ਰਹੇ ਸਨ ਅਤੇ ਕਹਿ ਰਹੇ ਸਨ, ਬੜਾ ਪਾਲਾ ਲੱਗਦਾ ਹੈ, ਹੱਡ ਕੜਕਦੇ ਹਨ। ਸਾਧ ਸੰਗਤ ਜੀ, ਇਹ ਗੱਲ ਪੌਂਟਾ ਸਾਹਿਬ ਦੀ ਹੈ। ਕਦੇ ਕਦੇ ਕਹਿ ਜਾਂਦੇ ਸਨ, ਉਮਰ ਵੱਡੀ ਹੋ ਗਈ ਹੈ। ਸਿੱਖ ਆਪਦੇ ਇਸ ਚੋਜ ਨੂੰ ਸਮਝ ਨਹੀਂ ਰਹੇ ਸਨ, ਪਰ ਕਿਸੇ ਨਵੇਂ ਕੌਤਕ ਦੀ ਉਡੀਕ ਜ਼ਰੂਰ ਲੱਗ ਪਈ ਸੀ ਕਿ ਆਪ ਨੇ ਦੀਵਾਨ ਤੋਂ ਉੱਠਦੇ ਸਾਰ ਵਜ਼ੀਰ ਨੂੰ ਨਾਣ ਤੋਂ ਬੁਲਾਵਾ ਘੱਲਿਆ ਅਤੇ ਆਏ ਨੂੰ ਆਖਿਆ, ਰਾਜੇ ਨੂੰ ਆਖੋ 5-6 ਦਿਨਾਂ ਲਈ ਸਾਡੇ ਨਾਲ ਸ਼ਿਕਾਰ 'ਤੇ ਚੱਲੋ। ਪਹਾੜ ਵੱਲ ਨੂੰ ਚੱਲਣਾ ਹੈ ਅਤੇ 8 ਕਹਾਰ 'ਤੇ ਇੱਕ ਪੀਨਸ ਵੀ ਲੈ ਕੇ ਚੱਲਣੀ ਹੈ। ਸਾਧ ਸੰਗਤ ਜੀ, ਪੀਨਸ ਇੱਕ ਪ੍ਰਕਾਰ ਦਾ ਵਧੀਆ ਡੋਲਾ ਹੁੰਦਾ ਹੈ। ਜਮਨਾ ਉੱਪਰਲੀ ਪਰਬਤ ਧਾਰਾਂ ਤੋਂ ਨਿਕਲਦੀ ਹੈ। ਇਸ ਦੇ ਸੋਮੇ ਨੂੰ ਜਮਨੋਤਰੀ ਆਖਦੇ ਹਨ, ਪਰ ਇਹ ਉੱਥੋਂ ਤੁਰ ਕੇ ਅਜਬ ਚੱਕਰ ਗੇੜ ਖਾਂਦੀ ਪਰਬਤਾਂ ਦੀਆਂ ਖੱਡਾਂ ਵਿੱਚੋਂ ਲੰਘਦੀ ਅਖੀਰ ਦੂਣ ਵਿੱਚ ਆ ਨਿਕਲਦੀ ਹੈ। ਜਿਸ ਟਿਕਾਣੇ ਇਹ ਪਰਬਤਾਂ ਤੋਂ ਬਾਹਰ ਆਉਂਦੀ ਹੈ, ਉਹ ਅੱਜ ਕੱਲ੍ਹ ਦੇ ਮਸੂਰੀ ਕਹਿਲਾਉਣ ਵਾਲੇ ਪਹਾੜਾਂ ਤੋਂ 15 ਕੁ ਮੀਲ ਪਿੱਛੇ ਨੂੰ ਹੈ। ਉਸ ਟਿਕਾਣੇ ਇੱਧਰ ਦੇ ਪਹਾੜਾਂ ਵਿੱਚੋਂ ਤਾਂ ਇਹ ਜਮਨਾ ਦੀ ਸੋਹਣੀ ਸਾਫ਼ ਨਿਰਮਲ ਧਾਰ ਨਿਕਲਦੀ ਹੈ ਅਤੇ ਉੱਤਰ ਰੁੱਖ ਤੋਂ ਇੱਕ ਹੋਰ ਇਹੋ ਜਿਹੀ ਨਦੀ ਟੌਂਸ ਨਾਮ ਦੀ ਆਉਂਦੀ ਹੈ। ਦੋਹਾਂ ਦਾ ਇੱਕ ਥਾਵੇਂ ਸੰਗਮ ਹੋ ਜਾਂਦਾ ਹੈ। ਟੌਂਸ ਤਾਂ ਆਪਣਾ ਨਾਮ ਇੱਥੇ ਸਮਾਪਤ ਕਰਦੀ ਹੈ ਅਤੇ ਜਮਨਾ ਵਿੱਚ ਮਿਲ ਕੇ ਜਮਨਾ ਦਾ ਰੂਪ ਹੋ ਕੇ ਅੱਗੇ ਟੁਰ ਪੈਂਦੀ ਹੈ। ਇੱਥੇ ਇਹ ਧਾਰਾ ਛੋਟੀਆਂ ਛੋਟੀਆਂ ਪਹਾੜੀਆਂ ਟਿੱਬਿਆਂ ਦੇ ਚਰਨਾਂ ਦੇ ਨਾਲ ਨਾਲ ਜਾਂਦੀ ਪੌਂਟੇ ਤੋਂ ਲੰਘ ਫੈਜ਼ਾਬਾਦ ਕੋਲ ਖੁੱਲ੍ਹੇ ਮੈਦਾਨਾਂ ਵਿੱਚ ਜਾ ਵੜਦੀ ਹੈ। ਜਿਸ ਜਗ੍ਹਾ ਜਮਨਾ ਤੇ ਟੌਂਸ ਦਾ ਅਸਾਂ ਸੰਗਮ ਦੱਸਿਆ ਹੈ, ਉਸ ਤੋਂ ਉੱਪਰ ਕੋਹ ਦੋ ਕੋਹ ਪਰੇ ਚਕਰਾਤੇ ਵੱਲੋਂ ਆ ਰਹੀ ਨਦੀ ਦੇ ਨੇੜੇ ਇੱਕ ਨਗਰ ਹੈ। ਉਸ ਨੂੰ ਕਾਲਸੀ ਆਖਦੇ ਹਨ। ਇਸ ਤੋਂ ਹੇਠਾਂ ਕੁਝ ਦੂਰ ਜਮਨਾ ਉੱਤੇ ਪੁਲ ਹੈ। ਇਸ ਪੁਲ ਉੱਤੋਂ ਸਹਾਰਨ ਜਾਂ ਡੇਹਰਾਡੂਨ ਤੋਂ ਆਈ ਸੜਕ ਲੰਘਦੀ ਹੈ। ਇਸ ਦੇ ਲਾਗੇ ਇੱਕ ਵੱਡਾ ਚੱਟਾਨ ਜਾਂ ਪੱਥਰ ਕਹੋ ਪਿਆ ਹੈ, ਜਿਸ ਪਰ ਰਾਜਾ ਅਸ਼ੋਕ ਦੇ ਹੁਕਮ ਲਿਖੇ ਹੋਏ ਹਨ। ਇਹ ਸਾਰਾ ਥਾਂ ਰਮਣੀਕ ਆਖਦੇ ਹਨ, ਜੋ ਅੱਖਾਂ ਨੂੰ ਪਿਆਰਾ ਲੱਗੇ ਅਤੇ ਜਿੱਥੇ ਰਹਿਣ ਜਾਂ ਸੈਰ ਕਰਨ ਨੂੰ ਦਿਲ ਕਰੇ। ਇੱਥੇ ਇੱਕ ਬ੍ਰਾਹਮਣ ਨੇ ਕੁਟੀਆ ਪਾਈ ਹੋਈ ਸੀ। ਉਹ ਬੜਾ ਤਪ ਕਰਦਾ ਸੀ ਅਤੇ ਲੋਕੀ ਉਸ ਨੂੰ ਰਿਖੀ ਜੀ ਆਖਦੇ ਸਨ। ਇਹ ਹੁਣ ਬਹੁਤ ਬੁੱਢਾ ਸੀ। ਇਸ ਕੋਲ ਨਾਹਣ ਦਾ ਰਾਜਾ ਅਤੇ ਵਜ਼ੀਰ ਗਏ ਸਨ ਕਿ ਉਹ ਉਹਨਾਂ ਨੂੰ ਵਰ ਦੇਵੇ ਕਿ ਉਹ ਰਾਜੇ ਫਤਿਹ ਸ਼ਾਹ ਤੋਂ ਹਾਰ ਨਾ ਖਾਣ। ਰਿਖੀ ਨੇ ਉਹਨਾਂ ਨੂੰ ਦੱਸਿਆ ਕਿ ਮੈਂ ਵੇਦ ਸ਼ਸਤਰ, ਪੁਰਾਣ, ਜੋਤਿਸ਼ ਆਦਿ ਵਿਦਿਆ ਪੜ੍ਹੀਆਂ ਹਨ। ਮੇਰੇ ਹਿਸਾਬ ਨਾਲ ਅੱਜ ਕੱਲ੍ਹ ਇੱਕ ਮਹਾਬਲੀ ਅਵਤਾਰ ਦੇ ਪ੍ਰਗਟ ਹੋਣ ਦਾ ਸਮਾਂ ਹੈ। ਮਹਾਬਲੀ ਬੜੇ ਤਕੜੇ ਨੂੰ ਆਖਦੇ ਹਨ ਅਤੇ ਅਵਤਾਰ ਆਖਦੇ ਹਨ ਪਰਮੇਸ਼ਰ ਦੀਆਂ ਕਲਾਂ ਵਾਲਾ ਜੋ ਮਨੁੱਖ ਹੋ ਕੇ ਜੰਮੇ। ਪ੍ਰਗਟ ਹੋਣਾ ਕਹਿੰਦੇ ਹਨ ਉਸ ਦੇ ਦੁਨੀਆ ਵਿੱਚ ਕੰਮ ਕਰਨ ਲੱਗ ਪੈਣ 'ਤੇ ਉਜਾਗਰ ਹੋ ਜਾਣ ਨੂੰ। ਇਸ ਰਿਖੀ ਨੇ ਉਹਨਾਂ ਨੂੰ ਥੌ ਪਤੇ ਦੱਸੇ ਸਨ, ਜਿਨ੍ਹਾਂ ਤੋਂ ਰਾਜਾ ਅਤੇ ਵਜ਼ੀਰ ਨੇ ਸਮਝ ਲਿਆ ਸੀ ਕਿ ਇਹ ਸਾਰੀਆਂ ਨਿਸ਼ਾਨੀਆਂ ਅਤੇ ਪਤੇ ਅਨੰਦਪੁਰ ਵਾਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਮਿਲਦੇ ਹਨ। ਸੋ ਰਾਜਾ ਨੇ ਜਾ ਕੇ ਪਤੇ ਕਢਵਾਏ ਤਾਂ ਥੌ ਪਿਆ ਕਿ ਸ਼੍ਰੀ ਗੁਰੂ ਜੀ ਨੂੰ ਬਿਲਾਸਪੁਰ ਦਾ ਰਾਜਾ ਕੁਝ ਔਖ ਦੇ ਰਿਹਾ ਹੈ। ਤਾਂ ਰਾਜੇ ਨੇ ਆਪ ਨੂੰ ਬੜੇ ਆਦਰ ਨਾਲ ਆਪਣੇ ਰਾਜ ਵਿੱਚ ਸੱਦ ਘੱਲਿਆ ਸੀ ਅਤੇ ਪੌਂਟੇ ਡੇਰਾ ਕਰਵਾ ਦਿੱਤਾ ਸੀ। ਰਿਖੀ ਨੇ ਜਦੋਂ ਪਤੇ ਦੱਸੇ ਸਨ ਤਾਂ ਆਖਿਆ ਸੀ ਕਿ ਉਸ ਦੀ ਸ਼ਰਨ ਲਓ, ਉਹ ਤੁਹਾਡੀ ਰੱਖਿਆ ਕਰੇਗਾ। ਨਾਲ ਇਹ ਵੀ ਕਿਹਾ ਸੀ ਕਿ ਮੈਨੂੰ ਉਸ ਦੇ ਦਰਸ਼ਨ ਕਰਾਉਣੇ। ਮੈਂ ਹੁਣ ਬੁੱਢਾ ਬਹੁਤ ਹੋ ਗਿਆ ਹਾਂ ਅਤੇ ਤੁਰ ਫਿਰ ਕੇ ਟੋਲ ਨਹੀਂ ਕਰ ਸਕਦਾ। ਪਰ ਰਾਜੇ ਨੂੰ ਰਿਖੀ ਦੀ ਇਹ ਗੱਲ ਭੁੱਲ ਚੁੱਕੀ ਸੀ। ਰਿਖੀ ਹੁਣ ਕਮਜ਼ੋਰ ਹੋ ਰਿਹਾ ਸੀ। ਸਿਆਲੇ ਦੀ ਠੰਡ ਬਹੁਤ ਲੱਗਦੀ ਸੀ, ਪਰ ਉਹ ਗੁਰੂ ਜੀ ਨੂੰ ਯਾਦ ਕਰਦਾ ਅਤੇ ਮਨ ਹੀ ਮਨ ਮਿੰਨਤਾਂ ਕਰਦਾ ਰਹਿੰਦਾ ਸੀ ਕਿ ਮੈਨੂੰ ਮਰਨੇ ਤੋਂ ਪਹਿਲਾਂ ਦਰਸ਼ਨ ਜ਼ਰੂਰ ਦਿਓ।
ਉਸ ਦੀ ਇਹ ਮਿੰਨਤਦਾਰੀ ਗੁਰੂ ਜੀ ਪੌਂਟੇ ਬੈਠੇ ਮਨ ਹੀ ਮਨ ਸੁਣ ਰਹੇ ਸਨ। ਤਦੇ ਹੀ ਅੱਜ ਬੁੱਢੇ ਵਾਂਗੂ ਪਏ ਆਖਦੇ ਸਨ, ਬੜਾ ਪਾਲਾ ਲੱਗਦਾ ਏ। ਕਦੇ ਆਖਦੇ ਸਨ, ਹੱਡ ਕੁੜਕਦੇ ਹਨ। ਕਦੇ ਕਹਿੰਦੇ ਸਨ, ਉਮਰ ਵੱਡੀ ਹੋ ਗਈ ਹੈ। ਉਹ ਗੱਲਾਂ ਜੋ ਰਿਖੀ ਆਪਣੀ ਕੁਟੀਆ ਵਿੱਚ ਪਿਆ ਆਖਦਾ ਸੀ, ਆਪ ਜੀ ਦੇ ਮੂੰਹੋਂ ਨਿਕਲਦੀਆਂ ਸਨ। ਇਸ ਕਰਕੇ ਗੁਰੂ ਜੀ ਰਿਖੀ ਨੂੰ ਦਰਸ਼ਨ ਦੇਣ ਜਾਣਾ ਲੋਚਦੇ ਸਨ। ਆਪ ਰਾਜੇ ਵਜ਼ੀਰ ਨੂੰ ਸਦਵਾ ਕੇ ਨਾਲ ਲੈ ਕੇ ਰਿਖੀ ਨੂੰ ਦਰਸ਼ਨ ਦੇਣ ਟੁਰ ਹੀ ਪਏ। ਰਿਖੀ ਦਾ ਇੱਕ ਗੱਭਰੂ ਸੇਵਕ ਸੀ। ਉਸ ਦਾ ਨਾਂ ਸੀ ਚਾਂਦੋ। ਉਹ ਬੜਾ ਸਿੱਧਾ ਸਾਦਾ ਪਿਆਰ ਵਾਲਾ ਤੇ ਕਹੀ ਗੱਲ ਸਿਰੇ ਚਾੜਨ ਵਾਲਾ ਬਾਲਕ ਸੀ ਅਤੇ ਸਾਦੀ ਪਰ ਸੁਥਰੀ ਅਕਲ ਰੱਖਦਾ ਸੀ। ਅੱਜ ਜਦ ਗੁਰੂ ਜੀ ਉੱਧਰ ਗਏ ਤਾਂ ਇਹ ਬੱਚਾ ਕੁਟੀਆ ਤੋਂ ਪਰੇ ਨਦੀ ਦੇ ਹੇਠਾਂ ਵਾਲੇ ਪਾਸੇ ਵੱਲੋਂ ਆ ਕੇ ਟੋਲ ਪਿਆ ਕਰਦਾ ਸੀ। ਤੁਸੀਂ ਪੁੱਛੋ ਟੋਲ ਕਿਸ ਦੀ? ਰਿਖੀ ਨੇ ਉਸ ਨੂੰ ਕਹਿ ਛੱਡਿਆ ਸੀ ਕਿ ਬੱਚਾ, ਮੇਰਾ ਸਰੀਰ ਹੁਣ ਬਹੁਤ ਢਿੱਲਾ ਹੈ, ਇਹ ਮਤੇ ਅਚਾਨਕ ਮਰ ਜਾਏ, ਸੋ ਤੂੰ ਮੇਰਾ ਇੱਕ ਸੁਨੇਹਾ ਯਾਦ ਕਰ ਛੱਡ। ਇਹ ਸੁਨੇਹਾ ਤੂੰ ਗੁਰੂ ਅਵਤਾਰ ਨੂੰ ਦੇਣਾ ਹੈ। ਫਿਰ ਉਸਨੇ ਸੁਨੇਹਾ ਉਸ ਨੂੰ ਯਾਦ ਕਰਵਾਇਆ। ਫਿਰ ਗੁਰੂ ਅਵਤਾਰ ਦੀ ਸ਼ਕਲ ਸੂਰਤ ਤੇ ਨਿਸ਼ਾਨੀਆਂ ਦੱਸੀਆਂ ਤੇ ਕਿਹਾ ਕਿ ਫਿਰਦੇ ਟੁਰਦੇ ਖਿਆਲ ਰੱਖਿਆ ਕਰੀਂ। ਜੇ ਮੈਂ ਮਰ ਗਿਆ ਤਾਂ ਤੂੰ ਢੂੰਡ ਕਰੀਂ। ਜੇ ਤੈਨੂੰ ਮਿਲ ਪਏ ਤਾਂ ਮੇਰਾ ਸੁਨੇਹਾ ਸੁਣਾ ਦੇਈਂ। ਸੁਨੇਹਾ ਇਹ ਸੀ, ਇੱਕ ਸਿੱਕਦਾ ਤਪੀਆ ਜਮਨਾ ਕਿਨਾਰੇ ਦਰਸ਼ਨਾਂ ਦੀਆਂ ਲੋਚਨਾਂ ਵਿੱਚ ਤੁਰ ਗਿਆ ਹੈ। ਉਸ ਦੇ ਗੋਡੇ ਗਿੱਟੇ ਟੁਰਦੇ ਨਹੀਂ ਸਨ ਜੋ ਆਪ ਲੱਭਦਾ। ਉਸ ਦੇ ਪਾਸ ਧਨ ਨਹੀਂ ਸੀ ਜੋ ਟੋਲ ਕਰਵਾਉਂਦਾ। ਉਸ ਦੇ ਪਾਸ ਮਨੁੱਖ ਨਹੀਂ ਸਨ ਜੋ ਸੂਹਾਂ ਕੱਢਦਾ। ਉਸ ਨੂੰ ਝੌਲਾ ਪੈਂਦਾ ਸੀ, ਸੱਦ ਸੁਣਾਈ ਦਿੰਦੀ ਸੀ। ਉਹ ਤੜਫਦਾ ਸੀ ਤੇ ਸਿੱਕਦਾ ਸੀ, ਲੁੱਛਦਾ ਸੀ ਤੇ ਸਧਰਾਂਦਾ ਸੀ, ਪਰ ਅੱਪੜ ਨਹੀਂ ਸੀ ਸਕਦਾ। ਇਉਂ ਲਾਉਂਦਾ ਲਾਉਂਦਾ ਰਾਹ ਤਕਾਂਦਾ ਤਕਾਂਦਾ ਆਸਾਂ ਭਰੀਆਂ ਟੁਰ ਗਿਆ ਹੈ ਉਸ ਦੀ ਬੌੜੀ ਕਰਨੀ। ਇਹ ਤਾਂ ਸੀ ਸੁਨੇਹਾ। ਤੇ ਨਿਸ਼ਾਨੀਆਂ ਵਿੱਚੋਂ ਜੋ ਚਾਂਦੋ ਨੂੰ ਬਹੁਤ ਪੱਕੀ ਲੱਗੀ ਇਹ ਸੀ ਕਿ ਉਹਨਾਂ ਦੀਆਂ ਬਾਹਾਂ ਇੰਨੀਆਂ ਲੰਬੀਆਂ ਹੋਣਗੀਆਂ ਕਿ ਜਦ ਖੁੱਲ੍ਹੀਆਂ ਪਲਮਾਂ ਦੇਣ ਤਾਂ ਗੋਡਿਆਂ ਤੱਕ ਪੁੱਜਣਗੀਆਂ। ਸੋ ਚਾਂਦੋ ਅੱਜ ਬੰਨ ਵਿੱਚ ਫਿਰ ਰਿਹਾ ਸੀ ਤੇ ਉਸ ਨੂੰ ਇਹ ਤੌਖਲਾ ਵੀ ਸੀ ਕਿ ਰਿਖੀ ਜੀ ਅੱਜ ਮੇਰੇ ਮੁੜ ਕੇ ਆਉਂਦਿਆਂ ਤੱਕ ਮਤੇ ਮਰ ਹੀ ਜਾਣ। ਬੰਨ ਵਿੱਚ ਫਿਰਦਿਆਂ ਨੂੰ ਉਸ ਨੂੰ ਗੁਰੂ ਜੀ, ਰਾਜਾ ਅਤੇ ਵਜ਼ੀਰ ਮਿਲ ਗਏ। ਉਹ ਉਸ ਨੂੰ ਲੱਗੇ ਕਿ ਇਹਨਾਂ ਵਿੱਚੋਂ ਕੋਈ ਹੈ ਜਿਸ ਨੂੰ ਰਿਖੀ ਯਾਦ ਕਰਦਾ ਹੈ। ਫਿਰ ਉਸਨੇ ਜਦ ਗੁਰੂ ਜੀ ਦੀਆਂ ਬਾਹਾਂ ਪਲਮ ਦੀਆਂ ਵੇਖੀਆਂ ਤਾਂ ਚਾਅ ਵਿੱਚ ਚੜ੍ਹਿਆ, ਡਰ ਭੈ ਤੋਂ ਸਖਣਾ ਹੋ ਕੇ ਭੱਜ ਕੇ ਪਾਸ ਜਾ ਪਹੁੰਚਿਆ ਤੇ ਹੱਥ ਫੜ ਕੇ ਗੋਡਿਆਂ ਨਾਲ ਲਾ ਕੇ ਬੋਲ ਉੱਠਿਆ, ਆਪ ਹੋ ਨਾ ਜੀ? ਹੈਂ ਜੀ, ਗੁਰੂ ਅਵਤਾਰ ਹੋ ਨਾ ਜੀ? ਫਿਰ ਬੋਲਿਆ, ਲੋ ਸੁਨੇਹਾ ਲੈ ਲਓ। ਤਦ ਉਹ ਸੁਨੇਹਾ ਸੁਣਾ ਦਿੱਤਾ। ਗੁਰੂ ਜੀ ਨੇ ਧਿਆਨ ਨਾਲ ਸੁਣ ਲਿਆ, ਨੈਣ ਮੁੰਦ ਲਏ, ਚੁੱਪ ਰਹੇ। ਫਿਰ ਬੋਲੇ, ਨਹੀਂ, ਰਿਖੀ ਜਿਉਂਦਾ ਹੈ। ਇਹ ਕਹਿ ਕੇ ਫਿਰ ਸਾਰੇ ਘੋੜੇ ਤੇ ਚੜ੍ਹ ਕੇ ਟੁਰ ਪਏ। ਚਾਂਦੋ ਨੂੰ ਨਾਲ ਲੈ ਲਿਆ ਤੇ ਰਿਖੀ ਪਾਸ ਜਾ ਪਹੁੰਚੇ। ਰਿਖੀ ਨਿਤਾਣਾ ਸੀ, ਬੇਹੋਸ਼ ਜਿਹਾ ਪਿਆ ਸੀ, ਪਰ ਸਮਰੱਥ ਗੁਰੂ ਨੇ ਸਿਰ ਹੱਥ ਧਰਿਆ ਤੇ ਵਜ਼ੀਰ ਤੇ ਰਾਜੇ ਤੋਂ ਹੱਥ ਪੈਰ ਚਸਵਾਏ ਤਾਂ ਰਿਖੀ ਨੂੰ ਹੋਸ਼ ਆ ਗਈ ਤੇ ਫਿਰ ਤਾਕਤ ਵੀ ਆ ਗਈ। ਦਰਸ਼ਨ ਕਰਕੇ ਉਸ ਦਾ ਲੂੰ ਲੂੰ ਖਿੜ ਗਿਆ ਤੇ ਨਵੀਂ ਜਾਨ ਭਰ ਗਈ। ਇਸ ਤਰ੍ਹਾਂ ਉਸ ਦੀ ਸਾਰੀ ਉਮਰ ਦੀ ਮੁਰਾਦ ਪੂਰੀ ਹੋ ਗਈ। ਆਖਿਰ ਕਾਲਸੀ ਦੇ ਰਿਖੀ ਨੇ ਸੁਰਤ ਸੰਭਾਲੀ ਤੇ ਗੁਰੂ ਜੀ ਦੇ ਚਰਨਾਂ 'ਤੇ ਡਿੱਗ ਪਿਆ। ਰਿਸ਼ੀ ਜੀ ਦੀਆਂ ਅੱਖਾਂ 'ਚੋਂ ਅਥਰੂ ਵਗ ਰਹੇ ਸਨ। ਗੁਰੂ ਜੀ ਨੇ ਕਾਲਪੀ ਰਿਸ਼ੀ ਨੂੰ ਪਿਆਰ ਨਾਲ ਚੁੱਕ ਕੇ ਆਪਣੇ ਸੀਨੇ ਨਾਲ ਲਗਾਇਆ ਤਾਂ ਜਿਵੇਂ ਕਾਲਪੀ ਰਿਸ਼ੀ ਜੀ ਦਾ ਆਵਾ ਗਾਉਣ ਦਾ ਚੱਕਰ ਹੀ ਮੁੱਕ ਗਿਆ। ਕਾਲਪੀ ਰਿਸ਼ੀ ਜੀ ਦੀਆਂ ਸਾਰੀਆਂ ਇੱਛਾਵਾਂ ਖਤਮ ਹੋ ਗਈਆਂ। ਉਹ ਬੋਲਣ ਤੋਂ ਅਸਮਰੱਥ ਸੀ, ਬਸ ਅੱਖਾਂ 'ਚੋਂ ਨੀਰ ਵਗ ਰਿਹਾ ਸੀ। ਇਹ ਵੇਖ ਕੇ 5 ਸਿੱਖ ਜੋ ਸਾਹਿਬਾਂ ਦੇ ਨਾਲ ਸਵਾਰ ਹੋ ਕੇ ਗਏ ਸਨ ਬੇਵਸੇ ਬੋਲ ਪਏ, ਮਿਰਤਕ ਕੋ ਜੀਵਾਲਣਹਾਰ, ਭੂਖੇ ਕੋ ਦੇਵਤ ਆਧਾਰ, ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ, ਸਭ ਕਿਛ ਤਿਸਕਾ ਉਹ ਕਰਨਾ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਹੁਣ ਦਿਨ ਲੈ ਚੁੱਕਾ ਸੀ, ਰਾਤ ਉੱਥੇ ਹੀ ਰਹੇ। ਅਗਲੇ ਭਲਕ
ਗੁਰੂ ਜੀ, ਰਾਜਾ, ਵਜ਼ੀਰ ਤੇ ਸਾਥੀ ਟੁਰ ਪਏ। ਰਿਖੀ ਜੀ ਨੂੰ ਪੀਨਸ ਪਾ ਕੇ ਪੌਂਟੇ ਨਾਲ ਲੈ ਕੇ ਟੁਰੇ ਕਿ ਹੁਣ ਬਾਕੀ ਦੇ ਦਿਨ ਸਾਡੇ ਪਾਸ ਗੁਜ਼ਾਰੇ। ਚਾਂਦੋਂ ਨੂੰ ਕੁਟੀ ਵਿੱਚ ਰਹਿਣ ਲਈ ਕਿਹਾ ਗਿਆ, ਪਰ ਉਹ ਸੱਚੇ ਸੁੱਚੇ ਪਰ ਜੰਗਲੀ ਪਿਆਰ ਵਾਲਾ ਆਖੇ, ਨਾਲ ਲੈ ਚੱਲੋ, ਗਾਈਆਂ ਚਰਾਵਾਂਗਾ ਤੇ ਆਪ ਨੂੰ ਦੁੱਧ ਪਿਲਾਵਾਂਗਾ ਤੇ ਸੋਹਣੇ ਹੱਥ ਚੁੰਮਦਾ ਰਹਾਂਗਾ। ਗੁਰੂ ਜੀ ਉਸਦੇ ਪਿਆਰ ਤੇ ਨਿਰਛਲ ਸੁੱਚੇ ਪਿਆਰ ਤੇ ਰੀਝ ਰਹੇ ਸਨ। 100-2 ਸਵਾਰ ਦੇ ਕੇ ਕਿਹਾ ਕਿ ਇਸ ਕਾਕੇ ਨੂੰ ਗਊਆਂ ਸਮੇਤ ਪੌਂਟਾ ਸਾਹਿਬ ਲੈ ਆਉਣਾ। ਸੋ ਸਾਧ ਸੰਗਤ ਜੀ, ਇਸ ਪ੍ਰਕਾਰ ਕਾਲਸੀ ਰਿਖੀ ਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਉਧਾਰ ਕਰ ਦਿੱਤਾ। ਕਾਲਸੀ ਰਿਸ਼ੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਵੀ ਕੀਤੇ ਸਨ। ਕੁਝ ਹੀ ਸਮੇਂ ਪਿੱਛੋਂ ਇਹ ਅਕਾਲ ਚਲਾਣਾ ਕਰ ਗਿਆ ਤੇ ਇਸ ਦਾ ਸੰਸਕਾਰ ਗੁਰੂ ਜੀ ਨੇ ਆਪਣੇ ਸਥਾਨ ਦੇ ਨੇੜੇ ਸਾਹਮਣੇ ਹੀ ਕਰਵਾਇਆ ਅਤੇ ਯਾਦਗਾਰ ਵਜੋਂ ਥੜਾ ਵੀ ਬਣਵਾ ਦਿੱਤਾ। ਅੱਜ ਵੀ ਜਦੋਂ ਸੰਗਤਾਂ ਪੌਂਟਾ ਸਾਹਿਬ ਦੇ ਦਰਸ਼ਨ ਕਰਨ ਲਈ ਜਾਂਦੀਆਂ ਹਨ ਤਾਂ ਮੁੱਖ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਅੰਦਰ ਵੜਦਿਆਂ ਸੱਜੇ ਪਾਸੇ ਲੰਗਰ ਹਾਲ ਵੱਲ ਕਾਲਪੀ ਰਿਸ਼ੀ ਜੀ ਦੀ ਯਾਦਗਾਰ ਨਜ਼ਰ ਪੈਂਦੀ ਹੈ। ਇਸ ਥਾਂ ਤੇ ਬਹੁਤ ਹੀ ਵਧੀਆ ਤੇ ਛੋਟਾ ਜਿਹਾ ਗੁਰਦੁਆਰਾ ਸਾਹਿਬ ਯਾਦਗਾਰ ਕਾਲਪੀ ਰਿਸ਼ੀ ਜੀ ਬਣਿਆ ਹੋਇਆ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।